ਉਹ ਕਿਹੜੇ ਕਾਰਨ ਸੀ ਵੀ ਜਿਹੜੀਆਂ ਨੀਤੀਆਂ ਗਲਤ ਸੀ ਵੀ ਜਿਹੜੇ ਟਰੰਪ ਸਾਹਿਬ ਹਾਰ ਗਏ ਜਾਂ ਕੋਈ ਵੇਵ ਬਣ ਗਈ ਸੀ ਡੈਮੋਕ੍ਰੇਟ ਦੀ? ਆਪਦੀਆਂ ਸਟੇਟਮੈਂਟ ਆਪੇ ਹੀ ਬਦਲ ਲੈਂਦਾ। ਹੁਣ ਕੁਝ ਕਹਿ ਰਿਹਾ, ਘੰਟੇ ਕੇ ਬਾਅਦ ਕੁਝ ਹੋਰ ਕਹਿਣਾ। ਇੱਕ ਪੋਪੂਲਰ ਵੋਟ ਤੇ ਇੱਕ ਇਲੈਕਟਰਲ ਵੋਟ, ਇਹਨਾਂ ਵਿੱਚ ਡਿਫਰੈਂਸ ਕੀ ਹੈ ਜੀ? ਜਿਹੜਾ ਬੰਦਾ ਪਾਪੂਲਰ ਵੋਟ ਨਾਲ ਵਿਨ ਕਰ ਜਾਂਦਾ ਨਾ, ਉਹੀ ਸਾਰੀਆਂ ਇਲੈਕਟਰਲ ਵੋਟ ਉਹਨੇ ਜਾਂਦੀਆਂ ਨੇ। ਈਗੋ ਬਹੁਤ ਜ਼ਿਆਦਾ ਉਹਦੀ ਸਟਰੋਂਗ ਆ। ਸੋ ਇਸ ਕਰਕੇ ਹੁਣ ਅੜਿਆ ਹੋਇਆ ਉਹ ਕਿ ਲਾਅ is for everyone. It doesn't matter he is ordinary person or a president of the United States. ਵੀ ਜਿਹੜੀਆਂ ਇਹੋ ਜਿਹੀਆਂ ਕਮਿਊਨਿਟੀਆਂ ਸੀਗੀਆਂ ਜਿਹੜੀਆਂ ਉਹਦੇ ਦਬਦਬਾ ਦੇ ਵਿੱਚ ਸੀ ਮੋਦੀ ਸਾਹਿਬ ਦੇ, ਉਹਨਾਂ ਨਾਲ ਗੱਲਬਾਤ ਕਰਕੇ ਇਹ ਕੋਸ਼ਿਸ਼ ਕੀਤੀ ਗਈ ਸੀਗੀ ਵੀ ਟਰੰਪ ਨੂੰ ਵੋਟਾਂ ਪਾਈਆਂ ਜਾਣ। ਕਿਸਾਨ ਸਾਡੇ ਭਰਾ ਆ, ਭਾਵੇਂ ਕਿਸ ਦੇਸ਼ ਦੇ ਵਿੱਚ ਕਿਤੇ ਵੀ ਹੋਣ, ਉਹ ਸਾਰੇ ਮਿਨੋਰਟੀ ਦੇ ਵਿੱਚ ਹੀ ਆ। ਉਹਨਾਂ ਦੀ ਸਾਨੂੰ ਲੱਗ ਰਿਹਾ ਆ ਵੀ ਜੇ ਇਹਨਾਂ ਨੇ ਪਹਿਲਾਂ ਆਵਾਜ਼ ਚੱਕੀ ਸੀਗੀ ਤਾਂ ਅੱਜ ਵੀ ਉਹਨਾਂ ਦੀ ਹਾਂ ਨਾ ਹਾਂ ਮਿਲਾਉਣਗੇ। ਤਾਂ ਇਹਦੇ ਨਾਲ ਮੋਦੀ ਨੂੰ ਧੱਕਾ ਜ਼ਰੂਰ ਲੱਗੇਗਾ। ਹਾਲਾਂਕਿ ਮੋਦੀ ਇਹ ਕਹਿ ਰਿਹਾ ਹੈ ਮੇਰਾ ਬੜਾ ਪੁਰਾਣਾ ਦੋਸਤ ਹੈ, ਸਾਨੂੰ ਤਾਂ ਪਤਾ ਨਹੀਂ ਕਿੱਥੋਂ ਦੋਸਤੀ ਕੱਢੀ ਹੈ। ਜਿੱਥੇ ਦੇਖੀ ਤਵਾ ਪਰਾਤ ਉੱਥੇ ਬਿਤਾਈ ਸਾਰੀ ਰਾਤ। ਇਹ ਪਹਿਲਾ ਰਾਸ਼ਟਰਪਤੀ ਹੈ ਅਮਰੀਕਾ ਦੀ ਹਿਸਟਰੀ ਦੇ ਵਿੱਚ ਕਿ ਜਿਹੜਾ ਉਸ ਬੰਦੇ ਨੂੰ ਨਵੇਂ ਜਿੱਤੇ ਹੋਏ ਪ੍ਰੈਜ਼ੀਡੈਂਟ ਨੂੰ ਵਧਾਈ ਦੇਣ ਵਾਸਤੇ ਤਿਆਰ ਨਹੀਂ। ਕਰੋਨਾ ਵਾਇਰਸ ਤੁਸੀਂ ਕਹਿ ਰਹੇ ਹੋ ਸਾਇੰਸ ਨੇ ਹੀ ਠੀਕ ਕਰਨੀ ਹੈ, ਇਹਦਾ ਮਤਲਬ ਮੋਮਬੱਤੀਆਂ ਜਗਾਉਣ, ਭਾਂਡੇ ਪਿੱਟਣ ਦੇ ਨਾਲ ਇਹਦਾ ਇਲਾਜ ਨਹੀਂ ਹੋਣਾ। ਪੰਜਾਬੀ ਲੋਕ ਚੈਨਲ ਲਈ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣਾਂ ਹੋ ਕੇ ਹਟੀਆਂ ਨੇ ਅਤੇ ਉਸ ਦੇ ਵਿੱਚ ਜੋ ਬਾਈਡਨ ਨੂੰ ਬੜਾ ਭਾਰੀ ਬਹੁਮਤ ਮਿਲਿਆ, ਜਿਹੜੀ ਉਹਨਾਂ ਦੀ ਪਾਰਟੀ ਹੈ ਡੈਮੋਕ੍ਰੇਟ। ਇਸ ਸੰਬੰਧ ਵਿੱਚ ਸਾਡੇ ਕੋਲ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਉਹਨਾਂ ਨੂੰ ਵਧਾਈ ਦੇਣ ਵਾਸਤੇ ਅਤੇ ਇਸ ਸੰਬੰਧ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਵੀ ਕਿਹੜੀਆਂ ਨੀਤੀਆਂ ਨੇ ਜਿਨ੍ਹਾਂ ਦੇ ਕਰਕੇ ਟਰੰਪ ਸਾਹਿਬ ਹਾਰ ਗਏ ਹੈ ਅਤੇ ਜੋ ਬਾਈਡਨ ਜਿਹੜੇ ਆ ਉਹ ਜਿੱਤ ਗਏ ਹੈ। ਹਾਂਜੀ, ਸਭ ਤੋਂ ਪਹਿਲੇ ਤੁਹਾਡਾ ਸਵਾਗਤ ਹੈ ਪੰਜਾਬੀ ਲੋਕ ਚੈਨਲ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਡਾਕਟਰ ਸਾਹਿਬ, ਕੀ ਕਹੋਗੇ ਜਿਹੜੀ ਬਾਈਡਨ ਸਾਹਿਬ ਦੀ ਇਹ ਜਿੱਤ ਹੋਈ ਹੈ, ਇਹ ਅਸਲ ਦੇ ਵਿੱਚ ਕਾਰਨ ਕੀ ਹੈ? ਉਹ ਕਿਹੜੇ ਕਾਰਨ ਸੀ ਵੀ ਜਿਹੜੀਆਂ ਨੀਤੀਆਂ ਗਲਤ ਸੀ ਜਿਹੜੇ ਟਰੰਪ ਸਾਹਿਬ ਹਾਰ ਗਏ ਜਾਂ ਕੋਈ ਵੇਵ ਬਣ ਗਈ ਸੀ ਡੈਮੋਕ੍ਰੇਟ ਦੀ? ਸਭ ਤੋਂ ਪਹਿਲਾਂ ਜੀ ਜਿਹੜੇ ਟਰੰਪ ਸਾਹਿਬ ਨੇ ਜਿਹੜੀ ਕਰੋਨਾ ਵਾਇਰਸ ਆ ਇਹਨੂੰ ਕੰਟਰੋਲ ਨਹੀਂ ਕਰ ਸਕਿਆ। ਇਹਦੇ ਹੁੰਦੇ ਸਗਾ ਤੇ ਇਹ ਵੱਧਦਾ ਹੀ ਗਿਆ। ਪ੍ਰਾਇਮਰੀ ਕਾਜ਼ ਲੋਕੀ ਇਹ ਦੱਸਦੇ ਆ। ਅਤੇ ਦੂਜਾ ਜਿਹੜਾ ਰੇਸਿਜ਼ਮ ਦਾ ਸੀਗਾ ਉਹ ਵੀ ਇੱਕ ਪ੍ਰੋਬਲਮ ਹੈਗਾ ਸੀਗਾ। ਉਹ ਮਤਲਬ ਇਹਨੇ ਇਨਸਾਨੀਅਤ ਦੇ ਤੌਰ 'ਤੇ ਸਮਦਰਸੀ ਨਹੀਂ ਰਿਹਾ। ਸੋ ਲੋਕਾਂ ਨੇ ਉਹਨੂੰ ਪਸੰਦ ਨਹੀਂ ਕੀਤਾ। ਤੀਜਾ ਜਿਹੜਾ ਇਹਦਾ ਬੋਲਣ ਦਾ ਤਰੀਕਾ ਅਤੇ ਉਹ ਵੀ ਲੋਕ ਪਸੰਦ ਨਹੀਂ ਕਰਦੇ। ਤੀਜਾ ਇਹ ਆਪਦੀਆਂ ਸਟੇਟਮੈਂਟ ਆਪੇ ਹੀ ਬਦਲ ਲੈਂਦਾ। ਹੁਣ ਕੁਝ ਕਹਿ ਰਿਹਾ, ਘੰਟੇ ਕੇ ਬਾਅਦ ਕੁਛ ਹੋਰ ਕਹਿਣਾ, ਸ਼ਾਇਦ ਯਾਦ ਨਹੀਂ ਰਹਿੰਦਾ ਕੀ ਨੇ। ਅਤੇ ਲੋਕਾਂ ਨੇ ਇਹ ਚੀਜ਼ਾਂ ਨੂੰ ਪਸੰਦ ਨਹੀਂ ਕੀਤਾ ਅਤੇ ਉਹਨੇ ਪਾਪੂਲਰ ਵੋਟ ਦੋ ਚੀਜ਼ਾਂ ਨੇ, ਇੱਕ ਪਾਪੂਲਰ ਵੋਟ ਆ, ਇੱਕ ਇਲੈਕਟਰਲ ਕਾਲਜ ਆ। ਪਾਪੂਲਰ ਵੋਟ 'ਚ ਅਪੇਰੈਂਟਲੀ ਮਿਸਟਰ ਬਾਈਡਨ ਨੇ 4 ਮਿਲੀਅਨ ਪਲੱਸ ਵੋਟਾਂ ਜ਼ਿਆਦਾ ਲਈਆਂ ਨੇ ਇਹਨਾਂ ਤੋਂ। ਹਾਂਜੀ, 4 ਮਿਲੀਅਨ ਵੋਟਾਂ ਜ਼ਿਆਦਾ ਲਈਆਂ ਨੇ। ਪਿਛਲੀ ਵਾਰੀ ਵੀ ਹਿਲਰੀ ਕਲਿੰਟਨ ਨੇ 3.1 ਮਿਲੀਅਨ ਵੋਟਾਂ ਜ਼ਿਆਦਾ ਲਈਆਂ ਸੀ। ਉਹ ਸੀ ਪਾਪੂਲਰ ਵੋਟ ਜੀ। ਪਰ ਇੱਥੇ ਇੱਕ ਹੋਰ ਜਿਹੜਾ ਇੱਕ ਆਮ ਬਹੁਤ ਮੀਡੀਆ ਦੇ ਵਿੱਚ ਰੌਲਾ ਰਹਿੰਦਾ ਹੈ, ਇੱਕ ਪਾਪੂਲਰ ਵੋਟ ਅਤੇ ਇੱਕ ਇਲੈਕਟਰਲ ਵੋਟ, ਇਹਨਾਂ ਵਿੱਚ ਡਿਫਰੈਂਸ ਕੀ ਹੈ ਜੀ? ਡਿਫਰੈਂਸ ਇਹ ਪਾਪੂਲਰ ਮਤਲਬ ਮੈਜੋਰਟੀ ਜੀ, ਜਿਹੜਾ ਆਮ ਬੰਦੇ ਆ ਜਾਵੇ 50% +1 ਹੋ ਜਾਵੇ ਤਾਂ ਉਹ ਮੈਜੋਰਟੀ ਵੋਟ ਹੋ ਜਾਂਦੀ ਆ ਅਤੇ ਉਹ ਬੰਦਾ ਜਿੱਤਦਾ ਹੈ ਜੀ। ਅੱਛਾ, ਇਲੈਕਟਰਲ ਕਾਲਜ ਇੱਕ ਹੋਰ ਹੀ ਡਿਫਰੈਂਟ ਸਿਸਟਮ ਹੈ ਇੱਥੇ ਬਣਿਆ, ਬਹੁਤ ਪੁਰਾਣਾ। ਉਹਦੇ ਵਿੱਚ ਇਹ ਆ ਕਿ ਹਰੇਕ ਸਟੇਟ ਦੇ ਵਿੱਚ ਇਹ ਆਪਣੇ ਇਲੈਕਟਰਸ ਹੁੰਦੇ, ਇਹਨਾਂ ਦੇ ਡੈਲੀਗੇਟਸ ਹੁੰਦੇ ਆ। ਇਸ ਵਕਤ 538 ਨੇ। ਉਹਨਾਂ ਨੂੰ ਕੌਣ ਚੁਣਦਾ ਜੀ? ਉਹਨਾਂ ਨੂੰ ਬੇਸਿਕਲੀ ਇਲੈਕਸ਼ਨ ਵਾਂਗੂ ਜਿਹੜੇ ਕਾਂਗਰਸਮੈਨ ਨੇ, ਸੈਨੇਟਰ ਨੇ, ਅਤੇ ਹਰੇਕ ਡਿਸਟ੍ਰਿਕਟ ਦੇ ਵਿੱਚ ਉਹਨਾਂ ਦੇ ਵਿੱਚ ਇੱਕ ਬੰਦਾ ਚੁਣਿਆ ਜਾਂਦਾ
ਹਰੇਕ ਇੱਕ ਵਾਰ ਫਰਜ਼ ਕੀਤਾ, ਇੱਕ ਸੈਨੇਟਰ ਆ ਉਹ, ਅਤੇ ਬਾਕੀ ਜਿਹੜੇ ਕਾਂਗਰਸਮੈਨ ਨੇ ਉਹ ਜਦੋਂ ਚੁਣੇ ਜਾਂਦੇ ਆ ਉਸ ਵਕਤ ਉਹਨਾਂ ਨੇ ਫਾਈਨਲ ਉਹਨਾਂ ਨੇ ਕਰਨਾ ਹੁੰਦਾ ਜੀ ਪਾਪੂਲਰ ਵੋਟ ਕਿਸੇ ਦੀ ਵੀ ਹੋਵੇ। ਪਰ ਦੂਜੀ ਗੱਲ ਜਿਹੜੀ ਸਭ ਤੋਂ ਮਾੜੀ ਗੱਲ ਆ ਇਲੈਕਟੋਰਲ ਕਾਲਜ ਦੀ, ਕਿ ਜੇ ਉਸ ਸਟੇਟ ਦੇ ਵਿੱਚੋਂ ਮੈਜੋਰਟੀ ਵੋਟਾਂ ਭਾਵੇਂ ਕਿਸੇ ਦੀਆਂ ਵੀ ਹੋਣ, ਪਰ ਜਿਹਦੇ ਇਲੈਕਟੋਰਲ ਕਾਲਜ ਦੇ ਬੰਦੇ ਜ਼ਿਆਦਾ ਹੋ ਗਏ ਜੀ ਉਹ ਜਿੱਤੂ। ਫਰਜ਼ ਕੀਤਾ ਆਪਾਂ ਕੈਲੀਫੋਰਨੀਆ 'ਚ ਬੈਠੇ ਹਾਂ, ਇੱਥੇ 55 ਤੋਂ ਹੁਣ ਲੈਟਸ ਸੇ ਅਪਰੋਕਸੀਮੇਟਲੀ 35% ਵੋਟਾਂ ਜਿਹੜੀਆਂ ਬਾਈਡਨ ਨੂੰ ਪਈਆਂ। ਜੀ ਰੈਸਟ ਆਫ ਅਪਰੋਕਸੀਮੇਟਲੀ ਕਹਿ ਰਿਹਾ ਉਹ 15% ਬਾਈਡਨ ਨੂੰ ਪਈਆਂ। ਜੀ ਪਰ ਉਹਦੇ ਮੁਤਾਬਕ ਜਿਹੜਾ ਇੱਕ ਅਸੂਲ ਆ, ਵਿਨਰ ਗੈਟਸ ਆਲ, ਵਿਨਰ ਟੇਕਸ ਆਲ। ਜੀ ਜਿਹੜਾ ਬੰਦਾ ਪਾਪੂਲਰ ਵੋਟ ਨਾਲ ਵਿਨ ਕਰ ਜਾਂਦਾ ਨਾ, ਉਹੀ ਸਾਰੀਆਂ ਇਲੈਕਟਰਲ ਵੋਟ ਉਹਨੇ ਜਾਂਦੀਆਂ ਨੇ। ਇਸੇ ਕਰਕੇ ਜਿਹੜਾ ਕੈਲੀਫੋਰਨੀਆ ਆਲਰੇਡੀ ਡਿਕਲੇਅਰ ਹੋ ਚੁੱਕਿਆ ਜੀ ਕਿ ਇਲੈਕਟਰਲ ਕਾਲਜ ਦੇ ਮੁਤਾਬਕ ਉਹ ਵਿਨਰ ਹੈ। ਇਹਦਾ ਮਤਲਬ ਇਹ ਮੰਨਿਆ ਜਾ ਸਕਦਾ ਹੈ ਵੀ ਕੈਲੀਫੋਰਨੀਆ ਇੱਕ ਨਿਰਧਾਰਤ ਕਰਦਾ ਹੈ ਵੀ ਕਿਹਨੂੰ ਜਿਤਾਉਣਾ ਕਿਹਨੂੰ ਨਹੀਂ ਜਿਤਾਉਣਾ। ਜੇ ਤੁਸੀਂ ਕਹਿ ਰਹੇ ਹੋ ਵੀ 55 ਵੋਟਾਂ ਇਲੈਕਟਰਲ ਕੈਲੀਫੋਰਨੀਆ ਦੀਆਂ, ਜੇ ਕੈਲੀਫੋਰਨੀਆ ਡੈਮੋਕ੍ਰੇਟਸ ਦੇ ਕੋਲ ਹੈ ਤਾਂ ਇਹਦਾ ਮਤਲਬ ਇਹ ਪੱਕਾ ਹੀ ਹੈ ਵੀ ਉਹੀ ਪਾਰਟੀ ਜਿੱਤੂਗੀ ਕਿ ਨਹੀਂ? ਬਿਲਕੁਲ ਨੈਚੁਰਲੀ ਉਹਨਾਂ ਦੀ ਮੈਜੋਰਟੀ ਹੋ ਗਈ ਨਾ ਫਿਰ, ਜਿੰਨੇ ਇਲੈਕਟਰਸ ਕਹਿੰਦੇ ਆ ਉਹਨਾਂ ਨੂੰ ਜਾਂ ਡੈਲੀਗੇਟਸ ਕਹਿ ਲਓ, ਅਤੇ ਜਿਹਦੇ ਵੀ ਪਾਪੂਲਰ ਵੋਟ ਜ਼ਿਆਦਾ ਹੋ ਗਈ ਅਤੇ ਉਹ ਜਿੰਨੇ ਵੀ ਫਿਰ ਉਹ ਸਾਰੇ ਦੇ ਸਾਰੇ ਉੱਧਰ ਜਾਣਗੇ। ਇਹ ਉਹਦਾ ਐਸੈਂਸ ਇਹ ਹੈ ਤਾਂ ਕਾਫੀ ਲੰਮੀ ਚੌੜੀ ਗੱਲ। ਹੁਣ ਕੀ ਹੋਣਾ, ਭਾਵੇਂ ਬਾਈਡਨ ਜਿੱਤ ਗਿਆ, ਪਰ ਤੁਹਾਨੂੰ ਪਤਾ ਵੀ ਟਰੰਪ ਦਾ ਸੁਭਾਅ ਕਿਹੋ ਜਿਹਾ, ਅਤੇ ਉਹ ਨਹੀਂ ਮੰਨਦਾ, ਕਹਿੰਦਾ ਮੈਂ ਹਾਰਿਆ। ਉਹ ਹਾਰ ਮੰਨ ਨਹੀਂ ਸਕਦਾ, ਉਹਦੇ ਸੁਭਾਅ ਇਹੋ ਜਿਹਾ ਵਾ, ਈਗੋ ਬਹੁਤ ਜ਼ਿਆਦਾ ਉਹਦੀ ਸਟਰੋਂਗ ਆ। ਸੋ ਇਸ ਕਰਕੇ ਹੁਣ ਅੜਿਆ ਹੋਇਆ ਉਹ। ਅਤੇ ਪਰ ਗੱਲ ਇਹ ਆ ਵੀ ਇਹ ਐਂਡ ਨਹੀਂ ਹੈ ਇਹਦਾ ਇਲੈਕਸ਼ਨ ਦਾ, ਹਾਲੇ ਤਾਂ ਕਾਨੂੰਨੀ ਤੌਰ ਤੇ ਹਜੇ ਰਾਸ਼ਟਰਪਤੀ ਨਹੀਂ ਬਣੇ ਆ ਬਾਈਡਨ ਸਾਹਿਬ। ਨਹੀਂ, ਉਹ 20 ਤਰੀਕ ਨੂੰ ਜਾ ਕੇ ਫਾਈਨਲ ਹੋਣਾ। ਹੁਣ 14 ਦਸੰਬਰ ਨੂੰ ਇਹ ਜਿਹੜੇ ਇਲੈਕਟੋਰਲ ਕਾਲਜ ਆ ਇਹਦੇ ਡੈਲੀਗੇਟ ਇਹਨਾਂ ਦੀ ਮੀਟਿੰਗ ਹੋਣੀ ਆ, ਅਤੇ ਫਿਰ 6 ਜਨਵਰੀ ਨੂੰ ਫਿਰ ਉਹਨਾਂ ਨੂੰ ਅਨਾਊਂਸ ਕਰਨਾ ਫੁੱਲ ਹਾਊਸ ਦੇ ਵਿੱਚ, ਸੈਨੇਟ ਦੇ ਵਿੱਚ, ਅਤੇ ਦੂਜਾ ਜਿਹੜਾ ਹਾਊਸ ਆਪਣਾ ਰੈਪਰੈਜ਼ੈਂਟੇਟਿਵ ਦਾ, ਉੱਥੇ ਉਹ ਲਾਊਡਲੀ ਅਨਾਊਂਸ ਕਰਨਗੇ ਵੀ ਇਹ ਸਟੇਟ ਦੇ ਇੰਨੇ ਇਲੈਕਟਰਸ ਨੇ, ਅਤੇ ਉੱਥੇ ਜਾ ਕੇ ਫਾਈਨਲ ਹੋਣਾ ਫਿਰ ਤੇ ਉਹ ਤੱਕ ਜਿਹੜੇ ਹੈਗੇ ਟਰੰਪ ਸਾਹਿਬ ਕੰਮ ਕਰਨਗੇ। ਉਹ ਹਾਂ 20 ਤਰੀਕ 19 ਤਰੀਕ ਤੱਕ ਘੱਟ ਤੋਂ ਘੱਟ, ਅਤੇ 20 ਤਰੀਕ ਤੱਕ ਹਾਂਜੀ, ਅਤੇ 20 ਨੂੰ ਫਿਰ ਫਾਈਨਲ ਹੋਣਾ। ਪਰ ਗੱਲ ਇਹ ਆ ਵੀ ਜਿਸ ਤਰ੍ਹਾਂ ਇਹਨਾਂ ਅੜੀਅਲ ਆ, ਇਹ ਬੜਾ ਮੁਸ਼ਕਿਲ ਹੋ ਜਾਣਾ ਇਹਨੂੰ ਉਸ ਤੋਂ ਵਾਈਟ ਹਾਊਸ ਤੋਂ ਕੱਢਣਾ, ਕਿਉਂਕਿ ਆਲਰੇਡੀ ਅਨਾਊਂਸ ਕਰ ਚੁੱਕਿਆ, ਕਹਿੰਦਾ ਵਾਈਟ ਹਾਊਸ ਇਜ਼ ਮਾਈ ਹਾਊਸ। ਸੋ ਇਹਦੇ ਵਿੱਚ ਇਹਦਾ ਆਸ ਪੂਰੀ ਨਹੀਂ ਹੋਣੀ, ਪਰ ਇਹ ਕੋਸ਼ਿਸ਼ ਕਰ ਰਿਹਾ, ਅੜਿਆ ਬੈਠਾ ਜਿਵੇਂ ਉਹ, ਪਰ ਇਹਦੇ ਰੈਮੀਡੀਜ਼ ਹੈਗੀਆਂ, ਇਹ ਕਰ ਨਹੀਂ ਸਕਦੇ। ਹਾਂ, ਕੋਈ ਇਸ ਦਾ ਇਲਾਜ ਹੈਗਾ? ਬਿਲਕੁਲ, ਇਹ ਕੰਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ, ਹੀ ਕੈਨ ਨਾਟ ਗੋ ਅਗੇਂਸਟ। ਅਤੇ ਇੱਥੇ ਰੂਲ ਆਫ ਥੰਬ ਇਹ ਆ ਕਿ ਤਾਨਾਸ਼ਾਹੀ ਤਾਂ ਨਹੀਂ ਬਣ ਸਕਦੇ। ਨਹੀਂ ਕਰ ਸਕਦਾ। ਹੁਣ ਇਹਦੇ ਆਪ ਦੇ ਮੈਂਬਰ ਜਿਹੜੇ ਹੈਗੇ ਰਿਪਬਲਿਕਨ ਰਨਾਊਂਡ ਮੈਂਬਰ, ਉਹ ਕਹਿ ਰਹੇ ਨੇ ਕਿ ਹੀ ਸ਼ੁੱਡ ਟਰਾਂਸਫਰ ਦੀ ਪਾਵਰ ਐਮਿਕੇਬਲੀ, ਪਰ ਕਿਉਂਕਿ ਉਹਦਾ ਨੇਚਰ ਇਹੋ ਜਿਹੀ ਆ, ਇਸ ਕਰਕੇ ਉਹ ਅੜਿਆ ਬੈਠਾ ਉੱਥੇ, ਪਰ ਉਹ ਕਰ ਨਹੀਂ ਸਕਦਾ। ਕਹਿੰਦੇ ਰੂਲ ਆਫ ਲਾਅ ਇਹ ਕਹਿੰਦਾ ਕਿ ਲਾਅ ਇਜ਼ ਫॉर एवरीवन, ਇਟ ਡਜ਼ਨਟ ਮੈਟਰ ਹੀ ਇਜ਼ ਆਰਡੀਨਰੀ ਪਰਸਨ ਔਰ ਏ ਪ੍ਰੈਜ਼ੀਡੈਂਟ ਯੂਨਾਈਟਿਡ ਸਟੇਟਸ, ਲਾਅ ਇਜ਼ ਡੋਮੀਨੈਂਟ। ਸੋ ਉਸ ਅਸੂਲ ਦੇ ਮੁਤਾਬਕ ਹੀ ਕੈਨ ਨਾਟ ਸਟੇ ਦੇਅਰ ਲਾਅ। ਇਹਨੂੰ ਹੋ ਸਕਦਾ ਇਵੈਕਟ ਕਰਨਾ ਪਵੇ ਜਾਂ ਵੀ ਹੋਏਗਾ, ਪਰ ਇਨ ਦੀ ਮੇਨ ਟਾਈਮ ਇਹ ਕਾਫੀ ਪ੍ਰੋਬਲਮ ਕ੍ਰੀਏਟ ਕਰ ਸਕਦਾ। ਇੱਕ ਇਹ ਬੜੀ ਹੈਰਾਨੀ ਵਾਲੀ ਗੱਲ ਪੜ੍ਹ ਕੇ ਪਤਾ ਲੱਗੀ ਹੈ ਕਿ ਇੰਡੀਆ ਵਿੱਚ ਜਿਵੇਂ ਅਲੱਗ-ਅਲੱਗ ਵੋਟਾਂ ਪੈਂਦੀਆਂ ਅਲੱਗ-ਅਲੱਗ ਵਿਭਾਗ ਦੀਆਂ, ਪਰ ਇੱਥੇ ਇਹ ਪਤਾ ਲੱਗਿਆ ਵੀ ਇੱਥੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਰਾਜਪਾਲ ਅਤੇ ਹੋਰ ਲਗਭਗ 50 ਤਰ੍ਹਾਂ ਦੇ ਜਿਹੜੇ ਹੋਰ ਹੈਗੇ ਚੁਣਨ ਦੇ, ਜਿਹਨਾਂ ਨੂੰ ਚੁਣਿਆ ਜਾਂਦਾ ਇੱਕੋ ਬੈਲਟ ਪੇਪਰ 'ਤੇ ਚੁਣਿਆ ਜਾਂਦਾ। ਦੇਖੋ ਜੀ, ਉਹਦੇ ਵਿੱਚ ਕਾਲਮ ਬਣੇ ਹੁੰਦੇ ਆ ਹਰੇਕ ਦੇ ਆਪੋ ਆਪਣੇ ਜੀ। ਇੱਕ ਪ੍ਰੈਜ਼ੀਡੈਂਟ ਕਾਲਮ ਆ, ਉਹਦੇ ਵਿੱਚ ਮੇਜਰ ਤਾਂ ਟਰੰਪ ਅਤੇ ਬਾਈਡਨ ਹੀ ਸੀਗੇ ਜੀ, ਅਤੇ ਫਿਰ ਉਹਨਾਂ ਦੇ ਕਈ ਹੋਰ ਵੀ ਆਪਦੇ ਆਪ ਹੀ ਰਾਈਟ ਹੈਂਡ ਕਹਿੰਦੇ ਉਹਨਾਂ ਨੂੰ, ਉਹ ਵੀ ਸੀਗੇ। ਪਰ
ਉਹਦੇ ਨਾਲ ਉਹ ਕਹਿੰਦੇ ਆ ਵੀ ਸਾਰਿਆਂ ਨੂੰ ਇੱਕ ਲਿਸਟ ਬਣਾ ਲਓ ਉਹਨਾਂ ਦੀ ਜੀ ਤੇ ਤੁਸੀਂ ਉਹਨੂੰ ਚੈੱਕ ਕਰਨਾ ਜੀ ਉਹ ਵੀ ਤਰੀਕੇ ਨਾਲ। ਜੇ ਗਲਤ ਚੈੱਕ ਹੋ ਗਿਆ ਨਾ, ਹਾਂਜੀ। ਪੂਰਾ ਸਰਕਲ ਨਾ ਹੋਇਆ ਤੇ ਉਹ ਇਨਵੈਲਿਡ ਹੋ ਜਾਂਦੀ ਆ ਤੁਹਾਡੀ ਵੋਟ। ਵੋਟ ਜਿਹੜੀ ਕੈਂਸਲ ਹੋ ਸਕਦੀ ਹਾਂ, ਹੋ ਸਕਦੀ ਆ, ਹੋਈਆਂ ਨੇ ਕਾਫੀ ਲੱਖ ਤੋਂ ਉੱਪਰ ਵੋਟਾਂ ਦਾ ਆਲਰੇਡੀ ਕੈਂਸਲ ਹੋ ਚੁੱਕੀਆਂ ਨੇ। ਸੋ ਉਹਦੇ ਲਈ ਤੁਹਾਨੂੰ ਬੜਾ ਕੇਅਰਫੁਲ ਰਹਿਣਾ ਪੈਂਦਾ ਕਿ ਉਹ ਜਿਹੜਾ ਇੱਕ ਸਰਕਲ ਬਣਿਆ ਹੋਇਆ ਤੇ ਉਹਦੇ ਅੰਦਰ ਅੰਦਰ ਹੀ ਉਹਨੂੰ ਤੁਸੀਂ ਬਲੈਕ ਕਰਨਾ ਜੀ ਜਾਂ ਬਲੂ ਵੀ ਕਰ ਸਕਦੇ ਹੋ, ਪਰ ਰੈੱਡ ਨਹੀਂ ਕਰ ਸਕਦੇ। ਸੋ ਇਹ ਤਰੀਕਾ ਹੈਗਾ ਤੇ ਉਹ ਕਨਵੀਨੀਅੰਸ ਲਈ ਵੀ ਹੈਗਾ। ਜੇ ਇਕੱਲੇ ਦੀ ਵੋਟ ਪਾਓ ਤਾਂ ਦੇਖੋ ਕਿੰਨੀ ਦੇਰ ਲੱਗ ਜਾਏਗੀ। ਜੀ ਤੇ ਉਹਨਾਂ ਨੇ ਕਿਹਾ ਵੀ ਇਸ ਨੂੰ ਇੱਕ ਲਿਸਟ ਤੇ ਲੈ ਆਓ ਤੇ ਉਹ ਮਸ਼ੀਨ ਫਿਰ ਆਟੋਮੈਟਿਕਲੀ ਉਹਨੂੰ ਸਕਰੀਨ ਕਰਦੀ ਆ। ਤੁਸੀਂ ਮਸ਼ੀਨ ਦੀ ਗੱਲ ਕੀਤੀ ਆ, ਇਸ ਵਾਰ ਤਾਂ ਬੈਲਟ ਪੇਪਰਾਂ ਦੀ ਗੱਲ ਹੋਈ ਹੈ। ਉਹ ਰੀਡ ਮਸ਼ੀਨ ਕਰਦੀ ਆ। ਅੱਛਾ ਜੀ ਹਾਂ, ਮਸ਼ੀਨ ਦੇ ਜ਼ਰੀਏ ਉਹਨਾਂ ਦੀ ਦੇਖਿਆ ਹੋਣਾ ਤਾਂ ਵੀਡੀਓ ਕਿ ਉਹ ਫਟਾਫਟ ਇੱਕ ਸਕਿੰਟ ਦੇ ਵਿੱਚ ਕਈ 100 ਲਗਾਉਂਦੇ ਆ ਉਹ। ਤੇ ਉਹਨਾਂ ਨੇ ਜਿਹੜੀ ਸਕੈਨਿੰਗ ਕਹਿੰਦੇ ਆ ਉਹਨੂੰ, ਉਹ ਸਕੈਨ ਕਰਕੇ ਉਹਨੇ ਆਟੋਮੈਟਿਕਲੀ ਉਹ ਡਾਟਾ ਪ੍ਰੋਸੈਸ ਕਰ ਲੈਣਾ। ਤੇ ਹਾਲੇ ਵੀ ਹੋ ਰਿਹਾ ਬਾਈ ਦਾ ਵੇ, 2 ਸਟੇਟਸ ਦੇ ਵਿੱਚ ਵੀ ਇਸ ਵਕਤ ਗਿਣੀਆਂ ਜਾ ਰਹੀਆਂ ਵੋਟਾਂ। ਇਲੈਕਟਰਲ ਜਿਹੜੀਆਂ ਵੋਟਾਂ ਨੇ ਉਹਦੇ ਅਕੋਰਡਿੰਗ ਤਾਂ ਜੋ ਬਾਈਡਨ ਸਾਹਿਬ ਜਿਹੜੇ ਹੈਗੇ ਆ ਉਹ ਜਿੱਤ ਚੁੱਕੇ ਆ। ਬਿਲਕੁਲ, ਉਹ ਤਾਂ ਇਸ ਵਕਤ ਡਿਸਾਈਡਡ ਆ। 270 ਵੋਟਾਂ ਚਾਹੀਦੀਆਂ ਨੇ ਉਹਦੇ ਕੋਲੇ। ਕਹਿੰਦੇ ਆ 290 ਆ, ਪਰ ਕੁਝ ਕੁਐਸਚਨੇਬਲ ਨੇ। 279 ਤੱਕ ਕਨਫਰਮਡ ਹੈ ਜੀ, ਉਹ ਨਹੀਂ ਚੇਂਜ ਹੋਣੀਆਂ। ਅੱਛਾ ਭਾਈ ਮਨਜੀਤ ਸਿੰਘ ਜੀ, ਤੁਸੀਂ ਇਹ ਦੱਸੋ ਵੀ ਜਿਹੜਾ ਇੰਡੀਆ ਦਾ ਸਿਸਟਮ ਹੈ ਤੇ ਇੱਥੇ ਜਿਵੇਂ ਹੁਣ ਇਲੈਕਸ਼ਨ ਹੋਈਆਂ, ਤੁਹਾਨੂੰ ਪਤਾ ਜਿਵੇਂ ਸਹਾਇਤਾ ਕਰਦੇ ਨੇ ਇੱਕ ਦੂਜੇ ਦੀ, ਕਹਿੰਦੇ ਵੀ ਨਰਿੰਦਰ ਮੋਦੀ ਨੇ ਵੀ ਬੜੀ ਜ਼ੋਰ ਸ਼ੋਰ ਦੇ ਨਾਲ ਟਰੰਪ ਸਾਹਿਬ ਦੀ ਹੈਲਪ ਕੀਤੀ ਹੈ। ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਬਿਲਕੁਲ, ਮੋਦੀ ਸਾਹਿਬ ਪਹਿਲਾਂ ਵੀ ਇੱਥੇ ਆਏ ਸੀਗੇ, ਉਦੋਂ ਵੀ ਉਹਨਾਂ ਨੇ ਇਸ ਤਰੀਕੇ ਦੇ ਨਾਲ ਸਾਰੇ ਲੋਕਾਂ ਨੂੰ ਕਿਹਾ ਸੀ ਵੀ ਟਰੰਪ ਸਾਹਿਬ ਮੇਰੇ ਦੋਸਤ ਹੈ, ਇਹਨਾਂ ਦੀ ਸਾਡੇ ਨਾਲ ਸਾਡੇ ਦੇਸ਼ ਦੀ ਤਰੱਕੀ ਬਹੁਤ ਹੋਏਗੀ, ਇਹਦੀ ਹੈਲਪ ਕਰਨੀ ਚਾਹੀਦੀ ਹੈ। ਤੇ ਹੁਣ ਵੀ ਉਹਨੇ ਇਹ ਪਤਾ ਲੱਗਦਾ ਸੀ ਭਰੋਸੇਯੋਗ ਸੂਤਰਾਂ ਤੋਂ ਵੀ ਜਿਹੜੀਆਂ ਇਹੋ ਜਿਹੀਆਂ ਕਮਿਊਨਿਟੀਆਂ ਸੀਗੀਆਂ ਜਿਹੜੀਆਂ ਉਹਦੇ ਦਬਦਬਾ ਦੇ ਵਿੱਚ ਸੀ ਮੋਦੀ ਸਾਹਿਬ ਦੇ, ਉਹਨਾਂ ਨਾਲ ਗੱਲਬਾਤ ਕਰਕੇ ਇਹ ਕੋਸ਼ਿਸ਼ ਕੀਤੀ ਗਈ ਸੀ ਵੀ ਟਰੰਪ ਨੂੰ ਵੋਟਾਂ ਪਾਈਆਂ ਜਾਣ। ਹਾਲਾਂਕਿ ਪਰ ਹੁਣ ਜਿਵੇਂ ਇੰਡੀਆ ਦੇ ਵਿੱਚ ਕਿਸਾਨਾਂ ਦਾ ਮੁੱਦਾ ਹੋਵੇ, ਕਸ਼ਮੀਰ ਦਾ 370 ਧਾਰਾ ਦਾ, ਉਹਦੇ ਵਿੱਚ ਮੋਦੀ ਦੀ ਬੜੀ ਤਕੜੀ ਕਿਰਕਰੀ ਹੋਈ ਹੈ ਤੇ ਹੁਣ ਮੰਨ ਲਿਆ ਜਾਵੇ ਇਸ ਮਾਮਲੇ ਦੇ ਵਿੱਚ ਵੀ ਉਹਨਾਂ ਦੀ ਹਾਰ ਮੰਨੀ ਜਾਊਗੀ। ਬਿਲਕੁਲ ਮੰਨੀ ਜਾਏਗੀ। ਮੈਂ ਇਹਨੂੰ ਥੋੜ੍ਹਾ ਜਿਹਾ ਹੋਰ ਤਫਸੀਲ ਵਿੱਚ ਲੈ ਜਾਣਾ। ਪਿੱਛੇ ਜਿਹਾ ਆਰੋਪ ਲੱਗਾ ਸੀ ਕਮਲਾ ਹੈਰਿਸ ਦੇ ਉੱਤੇ ਜੀ ਵੀ ਇਹਨਾਂ ਨੇ ਸਿੱਖਾਂ ਦੀ ਕੋਈ ਬਹੁਤੇ ਤਰੀਕੇ ਨਾਲ ਮਦਦ ਨਹੀਂ ਕੀਤੀ। ਪਰ ਯਾਦ ਰੱਖਣਾ ਚਾਹੀਦਾ ਹੈ, ਕਮਲਾ ਹੈਰਿਸ ਜਿਹੜੀ ਆ ਅਮਰੀਕਨ ਲੀਡਰ ਹੈ। ਸ਼ੀ ਇਜ਼ ਨਾਟ ਅ ਲੀਡਰ ਆਫ ਓਨਲੀ ਸਿੱਖਸ, ਸ਼ੀ ਬਿਲੋਂਗਿੰਗ ਟੂ ਦ ਹੋਲ ਅਮਰੀਕਾ and the whole world is listening to her and listening to Joe Biden and Trump and ਇਹ ਪਿਛਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਜਦੋਂ 370 ਧਾਰਾ ਤੋੜੀ ਗਈ ਸੀਗੀ ਸਾਡੇ ਇੰਡੀਆ ਦੇ ਵਿੱਚ, ਮੋਦੀ ਸਾਹਿਬ ਨੇ ਧੱਕੇ ਨਾਲ ਤੋੜੀ ਸੀਗੀ ਜੀ, ਤੇ ਉਹਨਾਂ ਦਿਨਾਂ ਦੇ ਵਿੱਚ ਕਮਲਾ ਹੈਰਿਸ ਦਾ ਇਹ ਬਿਆਨ ਸੀਗਾ ਵੀ ਕਸ਼ਮੀਰੀਓ ਤੁਹਾਡੀ ਆਵਾਜ਼ ਮੈਂ ਸੁਣ ਰਹੀ ਹਾਂ, ਤੁਸੀਂ ਇਕੱਲੇ ਨਹੀਂ ਹੈ, ਅਸੀਂ ਤੁਹਾਡੇ ਨਾਲ ਖੜਾਂਗੇ, ਮੌਕਾ ਆਉਣ ਤੇ ਤੁਹਾਡੇ ਨਾਲ ਖੜੇ। ਸੋ ਬਾਈਡਨ ਨੇ ਵੀ ਇਹੋ ਗੱਲ ਕਹੀ ਸੀਗੀ, ਇਹੋ ਜਿਹੀਆਂ ਜਿਹੜੀਆਂ ਤੁਹਾਡੀਆਂ ਮੋਦੀ ਸਾਹਿਬ ਦੀਆਂ ਨੀਤੀਆਂ ਆ ਜਿਹੜੀਆਂ ਕਿ ਇੱਕ ਖਾਸ ਛੋਟੀਆਂ ਕਮਿਊਨਿਟੀਆਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਦੇ ਖਿਲਾਫ ਇਹਨਾਂ ਨੇ ਆਵਾਜ਼ ਉਠਾਈ ਸੀ। ਮੈਨੂੰ ਹੁਣ ਪੂਰੀ ਉਮੀਦ ਹੈ ਹੁਣ ਸਾਡੇ ਪੰਜਾਬ ਦੇ ਵਿੱਚ ਮਸਲਾ ਸਾਡਾ ਮਿਨੋਰਿਟੀ ਦੇ ਨਾਲ, ਸਾਡਾ ਸਿੱਖ ਭਾਈਚਾਰੇ ਦੇ ਨਾਲ, ਸਾਡੇ ਕਿਸਾਨਾਂ ਦੇ ਨਾਲ, ਕਿਸਾਨ ਸਾਡੇ ਭਰਾ ਆ ਭਾਵੇਂ ਕਿ ਦੇਸ਼ ਦੇ ਵਿੱਚ ਕਿਤੇ ਵੀ ਹੋਣ, ਉਹ ਸਾਰੇ ਮਿਨੋਰਿਟੀ ਦੇ ਵਿੱਚ ਹੀ ਆ। ਉਹਨਾਂ ਦੀ ਸਾਨੂੰ ਲੱਗ ਰਿਹਾ ਆ ਵੀ ਜੇ ਇਹਨਾਂ ਨੇ ਪਹਿਲਾਂ ਆਵਾਜ਼ ਚੱਕੀ ਸੀਗੀ ਤਾਂ ਅੱਜ ਵੀ ਉਹਨਾਂ ਦੀ ਹਾਂ ਨਾ ਹਾਂ ਮਿਲਾਉਣਗੇ। ਤਾਂ ਇਹਦੇ ਨਾਲ ਮੋਦੀ ਨੂੰ ਧੱਕਾ ਜ਼ਰੂਰ ਲੱਗੇਗਾ। ਹਾਲਾਂਕਿ ਮੋਦੀ ਇਹ ਕਹਿ ਰਿਹਾ ਹੈ ਮੇਰਾ ਬੜਾ ਪੁਰਾਣਾ ਦੋਸਤ ਹੈ, ਸਾਨੂੰ ਤਾਂ ਪਤਾ ਨਹੀਂ ਕਿੱਥੋਂ ਦੋਸਤੀ ਕੱਢੀ ਹੈ। ਜਿੱਥੇ ਦੇਖੀ ਤਵਾ ਪਰਾਤ ਉੱਥੇ ਬਿਤਾਈ ਸਾਰੀ ਰਾਤ। ਬਿਲਕੁਲ ਬਿਲਕੁਲ ਹੈ ਇਸ ਤਰ੍ਹਾਂ ਦਾ। ਕੋਈ ਲੋਕਾਂ ਨੇ ਕੋਸ਼ਿਸ਼ ਕੀਤੀ ਵੀ ਇਹਦਾ ਕੋਈ ਦੇਖੀਏ ਜੋੜ ਕੇ ਵੀ ਕਿੱਥੇ ਇਹਦੀ ਕੋਈ ਮੁਲਾਕਾਤ ਹੋਈ ਸੀ। ਜ਼ਿਆਦਾਤਰ ਮੈਂ ਦੇਖ ਰਿਹਾ ਵੀ ਡਾਕਟਰ ਮਨਮੋਹਨ ਸਿੰਘ ਦੇ ਨਾਲ ਇਹਨਾਂ ਦੀਆਂ ਫੋਟੋਆਂ ਤਾਂ ਕਾਫੀ ਵਾਇਰਲ ਹੋਈਆਂ ਨੇ ਵੀ ਇਹਨਾਂ ਦੇ ਚੰਗੇ ਸਬੰਧ ਰਹੇ ਆ। ਇਹ ਮੰਨ ਲਿਆ ਜਾਵੇ ਵੀ ਜਿਹੜਾ ਡੈਮੋਕ੍ਰੇਟਸ ਹੈਗੇ ਆ ਇਹ ਕਾਫੀ ਨੀਵੇਂ ਜਿਹੜੇ ਕੁਚਲੇ ਦਿਬਲੇ ਕੁਚਲੇ ਦੀ ਪਾਰਟੀ ਮੰਨੀ ਜਾਂਦੀ ਹੈ, ਵੀ ਆਮ ਕਰਕੇ ਕਹਿੰਦੇ ਵੀ ਇਹ ਗਰੀਬਾਂ ਦੀ ਪਾਰਟੀ ਹੈ। ਕੀ ਇਹਦੇ ਵਿੱਚ ਕੋਈ ਸੱਚਾਈ ਹੈ? ਇਹਦੇ ਵਿੱਚ ਬਿਲਕੁਲ ਸੱਚਾਈ ਹੈ। ਇੱਥੇ ਵੀ ਤੁਸੀਂ ਦੇਖੋਗੇ ਵੀ ਜਿਵੇਂ ਕੈਲੀਫੋਰਨੀਆ ਸਾਡੀ ਸਟੇਟ ਹੈ, ਨਿਊਯਾਰਕ ਇੱਕ ਸਟੇਟ ਹੈ ਜਿੱਥੇ ਵਿਦੇਸ਼ੀ ਲੋਕ ਜ਼ਿਆਦਾ ਵੱਸਦੇ ਆ। ਵਿਦੇਸ਼ੀ ਲੋਕ ਮਤਲਬ ਇੰਨੇ ਅਮੀਰ ਨਹੀਂ ਹੋ ਸਕਦੇ ਕਿਉਂਕਿ ਅਸੀਂ ਇੰਡੀਆ ਤੋਂ ਆਏ ਹਾਂ, ਹੌਲੀ ਹੌਲੀ ਪਹਿਲੀ ਪੀੜ੍ਹੀ ਤਾਂ ਸਟਰਗਲ ਕਰਦੀ ਆ। ਅਸੀਂ ਬੜੀ ਮੁਸ਼ਕਲਾਂ ਦੇ ਨਾਲ ਅਸੀਂ ਆਪਣੇ ਘਰ ਬਣਾਏ ਆ।
ਹਾਲੇ ਤੱਕ ਸਾਨੂੰ ਇਹ ਕਹਿ ਲੈਣਾ ਬੜਾ ਔਖਾ ਹੋਏਗਾ ਵੀ ਅਸੀਂ ਵੀ ਅਮੀਰ ਹੈਗੇ ਆ। ਉਹ ਕਈਆਂ ਨੇ ਭੁਲੇਖਾ ਪਾਲਿਆ ਹੋਇਆ ਹੈ, ਕਈ ਲੋਕਾਂ ਨੇ ਸਾਡਿਆਂ ਨੇ ਵੀ 2 ਲਿਕਰ ਸਟੋਰ ਹੋ ਗਏ ਜਾਂ ਕਿਤੇ ਕੋਈ ਛੋਟੇ ਮੋਟੇ ਬਿਜ਼ਨਸ ਹੋ ਗਏ ਆਪਣਾ ਨੂੰ ਅਮੀਰ ਸਮਝਣ ਲੱਗ ਪੈਂਦੇ ਆ। ਨਹੀਂ, ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋ, ਅਜੇ ਤੱਕ ਅਸੀਂ ਅਮੀਰੀ 'ਚ ਨਹੀਂ ਆਏ, ਚੰਦ ਇੱਕ ਲੋਕਾਂ ਨੂੰ ਛੱਡ ਕੇ। ਇੱਥੇ ਤੁਸੀਂ ਇਹ ਦੇਖੋ ਵੀ ਇਹ ਜਿਹੜਾ ਸਾਡਾ ਕੈਲੀਫੋਰਨੀਆ ਸਟੇਟ ਆ ਇਹ ਕਿਉਂ ਜੱਦੀ ਆ, ਕਿਉਂਕਿ ਇੱਥੇ ਵਿਦੇਸ਼ੀ ਬਹੁਤ ਆ ਜੀ, ਇਸ ਕਰਕੇ। ਤੇ ਵਿਦੇਸ਼ੀ ਕੌਣ ਆ? ਜਿਹੜੇ ਬਾਹਰੋਂ ਆਈਆਂ ਕੌਮਾਂ, ਛੋਟੀਆਂ ਕੌਮਾਂ ਜਿਨ੍ਹਾਂ ਨੂੰ ਇੱਕ ਸੁਰੱਖਿਆ ਦੀ ਲੋੜ ਹੁੰਦੀ ਹੈ। ਇਸੇ ਤਰੀਕੇ ਨਾਲ ਨਿਊਯਾਰਕ ਦੇਖ ਲਓ ਤੁਸੀਂ, ਨਿਊ ਜਰਸੀ ਦੇਖ ਲਓ, ਉੱਥੇ ਡੈਮੋਕ੍ਰੈਟ ਜਿੱਤਦੇ ਆ। ਇਹਦਾ ਭਾਵ ਕੀ ਹੋਇਆ? ਸਾਡੀ ਸੁਰੱਖਿਆ ਜਿਹੜੀ ਆ ਉਹ ਡੈਮੋਕ੍ਰੈਟ ਜ਼ਿਆਦਾ ਕਰਦੇ ਆ ਰਿਪਬਲਿਕਨ ਨਾਲ। ਰਿਪਬਲਿਕਨ ਰੂੜੀਵਾਦੀ ਪਾਰਟੀ ਆ ਜਿਹੜੀ ਕਿ ਚਿੱਟਿਆਂ ਦੇ ਨਾਲ, ਗੋਰਿਆਂ ਦੇ ਨਾਲ ਜ਼ਿਆਦਾ ਖੜਦੀ ਆ। ਹਾਂ, ਇਹਨਾਂ ਦਾ ਦੇਸ਼ ਬਿਲਕੁਲ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ, ਪਿਛਲੇ 4 ਸਾਲਾਂ ਦੇ ਵਿੱਚ ਨਸਲਵਾਦ ਬਹੁਤ ਵਧਿਆ। ਸਾਨੂੰ ਇਹ ਦੇਖਣ ਵਿੱਚ ਆਇਆ ਵੀ ਸਾਨੂੰ ਪੱਗਾਂ ਵਾਲਿਆਂ ਨੂੰ ਦੇਖ ਕੇ ਜਾਂ ਹੋਰ ਮੁਸਲਮਾਨ ਭਾਈਚਾਰੇ ਨੂੰ ਦੇਖ ਕੇ ਇੱਥੇ ਦੀ ਜਿਹੜੀ ਸੁਪਰਮਿਸਟ ਕੰਪਨੀ ਮਤਲਬ ਲੋਕ ਕਹਿੰਦੇ ਆ ਆਪਣੇ ਆਪ ਨੂੰ, ਸਾਨੂੰ ਉਂਗਲਾਂ ਵੀ ਉਠਾਉਂਦੇ ਆ ਕਈ ਵਾਰ। ਸੋ ਇਹਨੂੰ ਅਸੀਂ ਕਹਾਂਗੇ ਅਸੀਂ ਨਸਲਵਾਦ ਹੈਗਾ। ਫਿਰ ਇਹ ਨਸਲਵਾਦ ਦੀ ਹਾਰ ਹੈ, ਨਸਲਵਾਦ ਦੀ ਹਾਰ ਹੋਈ ਹੈ। ਤੇ ਮੈਂ ਕਹਿੰਦਾ ਇੰਡੀਆ ਦੇ ਵਿੱਚ ਵੀ ਇਹ ਹਾਰ ਦੀ ਇੱਕ ਸਮਝ ਲਓ ਕਿ ਇੱਕ ਨੀਂਹ ਰੱਖੀ ਗਈ ਹੈ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਸੰਬੰਧ ਵਿੱਚ ਜਿਹੜੀ ਇਹ ਇਲੈਕਸ਼ਨ ਹੋਈ ਹੈ? ਬੜੀ ਵੱਡੀ ਖੁਸ਼ੀ ਦੀ ਗੱਲ ਹੈ ਸਾਰੇ ਪੰਜਾਬੀਆਂ ਵਾਸਤੇ, ਔਰ ਜਿੰਨੇ ਬਾਹਰੋਂ ਇਮੀਗ੍ਰੈਂਟਸ ਆ ਰਹੇ ਨੇ ਉਹਨਾਂ ਵਾਸਤੇ, ਔਰ ਉਹਨਾਂ ਦੇ ਆਉਣ ਵਾਲੇ ਪਰਿਵਾਰਾਂ ਬਾਰੇ, ਕਿਉਂਕਿ ਇਹਦੇ ਸੰਬੰਧ 'ਚ ਜੋ ਬਾਈਡਨ ਜੀ ਪਹਿਲਾਂ ਕਹਿ ਚੁੱਕੇ ਨੇ ਕਿ ਮੈਂ 1 ਕਰੋੜ 10 ਲੱਖ ਇਮੀਗ੍ਰਾਂਟ ਆ ਜਿਹੜੇ ਆਉਣਾ ਚਾਹੁੰਦੇ ਆ ਉਹਨਾਂ ਨੂੰ ਲਿਆਵਾਂਗੇ ਇੱਥੇ, ਜਿਹਦੇ ਵਾਸਤੇ ਟਰੰਪ ਸਾਹਿਬ ਨੇ ਤਕਰੀਬਨ ਬੈਨ ਲਾ ਚੁੱਕਾ ਸੀ ਹਰ ਤਰ੍ਹਾਂ ਦੇ ਵੀਜ਼ਿਆਂ ਦੇ ਉੱਪਰ। ਵੱਡੀ ਪ੍ਰਾਪਤੀ ਹੋਊਗੀ ਇਹ ਵੋਟਾਂ ਪਾਉਣ ਵਾਲਿਆਂ ਦੀ, ਜਿਨ੍ਹਾਂ ਨੇ ਜੋ ਬਾਈਡਨ ਨੂੰ ਵੋਟਾਂ ਪਾਈਆਂ, ਤੇ ਬੜੇ ਧੂਮ ਧੜੱਕੇ ਦੇ ਨਾਲ ਟਰੰਪ ਨੂੰ ਜਿੱਦੀ ਔਰ ਹੋਰ ਜੋ ਭੈੜੀਆਂ ਖੂਬੀਆਂ ਕਿਸੇ 'ਚ ਹੋ ਸਕਦੀਆਂ ਉਹ ਸਾਰੀਆਂ ਹੀ ਨੇ, ਉਹਨਾਂ ਨੂੰ ਹਰਾਇਆ ਹੈ। ਔਰ ਈਵਨ ਇੱਥੋਂ ਤੱਕ ਹੈ ਕਿ ਉਹ ਆਪਦੇ ਨੇੜੇ ਦੇ ਜੋ ਬੰਦੇ ਇਨਰ ਸਰਕਲ ਹੈ ਉਹਨਾਂ ਦੇ ਕਹਿਣ ਦੇ ਉੱਪਰ ਵੀ ਵਾਈਟ ਹਾਊਸ ਨਹੀਂ ਛੱਡਣਾ ਚਾਹੁੰਦਾ, ਜਿਹੜੀ ਕਿ ਅਮਰੀਕਾ ਦੀ ਬਦਨਾਮੀ, ਔਰ ਹਰ ਬੱਚੇ ਤੋਂ ਲੈ ਕੇ ਬੁੜੇ ਤੱਕ ਹਰੇਕ ਕਹਿ ਰਿਹਾ ਹੈ ਵੀ ਇਹਨੂੰ ਛੱਡਣਾ ਚਾਹੀਦਾ ਹੈ, ਜਿਸ ਤਰ੍ਹਾਂ ਲੋਕ ਪਹਿਲਾਂ ਛੱਡਦੇ ਰਹੇ ਨੇ। ਇਹ ਪਹਿਲਾ ਰਾਸ਼ਟਰਪਤੀ ਹੈ ਅਮਰੀਕਾ ਦੀ ਹਿਸਟਰੀ ਦੇ ਵਿੱਚ ਕਿ ਜਿਹੜਾ ਉਸ ਬੰਦੇ ਨੂੰ, ਨਵੇਂ ਜਿੱਤੇ ਹੋਏ ਪ੍ਰੈਜ਼ੀਡੈਂਟ ਨੂੰ ਵਧਾਈ ਦੇਣ ਵਾਸਤੇ ਤਿਆਰ ਨਹੀਂ ਹੈ, ਜੋ ਕਿ ਅਮਰੀਕਾ ਦੀ ਹਿਸਟਰੀ ਦੇ ਮੁਤਾਬਕ ਬਹੁਤ ਹੀ ਮਾੜੀ ਸੋਚ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਹੈ। ਬਾਕੀ ਜੋ ਬੱਚਾ ਹੈ ਬਾਹਰੋਂ ਇਮੀਗ੍ਰੈਂਟ ਹੈ, ਉਹ ਬੜੀ ਖੁਸ਼ੀ ਮਨਾ ਰਿਹਾ ਇਸ ਗੱਲ ਦੀ। ਇੱਕ ਸਵਾਲ ਇਹ ਬਣਦਾ, ਤੁਸੀਂ ਕਿਹਾ ਵੀ ਇਮੀਗ੍ਰੈਂਟਸ ਬਹੁਤ ਖੁਸ਼ ਹੋਣਗੇ। ਦਰਅਸਲ ਤੁਹਾਡੇ ਲਈ ਸਵਾਲ ਹੈ, ਜੇ ਇਮੀਗ੍ਰੈਂਟ ਖੁਸ਼ ਹੋਣਗੇ, ਜਿਵੇਂ ਕਿ ਇਹਨਾਂ ਨੇ ਕਿਹਾ ਜੋ ਬਾਈਡਨ ਸਾਹਿਬ ਨੇ ਵੀ ਮੈਂ ਕਰੋੜਾਂ ਇਮੀਗ੍ਰੈਂਟਸ ਹੋਰ ਲੈ ਕੇ ਆਣੇ ਆ ਇੱਥੇ, ਵੀ ਹੁਣ ਇੱਕ ਸਵਾਲ ਇਹ ਬਣਦਾ ਹੈ ਵੀ ਤੁਹਾਨੂੰ ਪਤਾ ਟਰੰਪ ਸਾਹਿਬ ਨੇ H1 ਵੀਜ਼ਾ ਹੋਰ ਕਈ ਕੈਟਾਗਰੀ ਜਿਹੜੇ ਵੀਜ਼ਾ ਉਹਨਾਂ 'ਤੇ ਪਾਬੰਦੀ ਲਾਈ, ਪਰ ਭਾਰਤ ਦੇ ਵਿੱਚ ਤਾਂ ਜਿਹੜੇ ਕਈ ਬਹੁਤ ਲੋਕਾਂ ਵੱਲੋਂ ਹਵਨ ਕਰਾਏ ਜਾ ਰਹੇ ਸਨ, ਬਹੁਤ ਐਸੇ ਕੰਮ ਕੀਤੇ ਜਾ ਰਹੇ ਸਨ ਕਿ ਵੀ ਇਹਨਾਂ ਦੇ ਲਈ ਕਿਸੇ ਨਾ ਕਿਸੇ ਤਰੀਕੇ ਨਾਲ ਟਰੰਪ ਜਿੱਤੇ। ਦੇਖੋ ਜੀ, ਉਹਨਾਂ ਨੇ ਬੜੇ ਭਾਂਡੇ ਚ ਪਾਏ ਆ, ਮੋਮਬੱਤੀਆਂ ਜਗਾਈਆਂ ਨੇ ਜੀ। ਕਹੇ ਸੀ 21 ਦਿਨਾਂ ਦੇ ਅੰਦਰ ਜਿਹੜਾ ਉਹਨਾਂ ਦਾ ਮੰਦਿਰ ਬਣ ਗਿਆ, ਵਾਇਰਸ ਚਲੇ ਜਾਓ ਤਾਂ ਕੋਈ 10 ਗੁਣਾ ਜ਼ਿਆਦਾ ਹੋ ਗਈ। ਅਤੇ ਉਹ ਵਹਿਮੀ ਲੋਕ ਨੇ, ਭਰਮੀ ਲੋਕ ਹੈ, ਉਹਨਾਂ ਦਾ ਇਲਾਜ ਨਹੀਂ ਕੋਈ, ਅਤੇ ਉਹਨਾਂ ਦੇ ਅਸੂਲ ਵੀ ਕੋਈ ਨਹੀਂ ਹੈਗੇ। ਅਤੇ ਇਸ ਕਰਕੇ ਉਹਦੀ ਜਿਵੇਂ ਮਰਜ਼ੀ ਆ ਉਹ ਹਵਨ ਕਰੀ ਜਾਣ, ਉਹਦਾ ਫਰਕ ਨਹੀਂ ਪਿਆ ਕੋਈ, ਉਲਟਾ ਪੈ ਗਿਆ ਸ਼ਾਇਦ ਉਹਨਾਂ 'ਤੇ। ਕੋਈ ਮੁਗਲ ਨਾ ਹੋ ਆਂਦਾ, ਕਿੰਨੇ ਨਾ ਪਰਚਾ ਲਾਇਆ। ਸੋ ਇਹ ਤਾਂ ਜੀ ਬਦਕਿਸਮਤੀ ਆ, ਲੋਕੀ ਹੱਸਦੇ ਆ ਹਿੰਦੁਸਤਾਨ ਦੇ ਜਿਹੜੇ। ਸਾਨੂੰ ਇਸ ਮਸਲੇ ਦੇ ਵਿੱਚ ਧਰਮ ਸ਼ਾਮਲ ਨਹੀਂ ਕਰਨਾ ਨਹੀਂ ਚਾਹੀਦਾ, ਕਿਉਂਕਿ ਇਹ ਲੋਕਾਂ ਦੀ ਆਵਾਜ਼ ਆ, ਜਿਹੜੀ ਆਵਾਮ ਦੀ ਆਵਾਜ਼ ਆ, ਉਹ ਰੱਬ ਦੀ ਆਵਾਜ਼ ਆ। ਅਤੇ ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹ ਇਸ ਅਸੂਲ ਨੂੰ ਵੀ ਨਹੀਂ ਮੰਨਦੇ। ਸੋ ਇਸ ਵਕਤ ਜਿਹੜੀ ਸਭ ਤੋਂ ਵੱਡੀ ਹਾਰ ਹੋਈ ਆ ਟਰੰਪ ਦੀ, ਉਹਦੀ ਆਪ ਦੀ ਹਉਮੈ ਕਰਕੇ ਆ, ਅਤੇ ਉਹਨੇ ਜਿਹੜੇ ਕੰਮ ਕੀਤੇ ਆ। ਬਾਈਡਨ ਸਾਹਿਬ ਦੀ ਕੋਈ ਵੱਡੀ ਪ੍ਰਾਪਤੀ ਦੱਸ ਸਕਦੇ ਵੀ ਹਾਂ ਸਾਨੂੰ ਇਹ ਫਾਇਦੇ ਹੋਣਗੇ? ਦੇਖੋ ਜੀ, ਇੱਕ ਤਾਂ ਉਹ ਡੈਮੋਕ੍ਰੈਟਿਕ ਆ, ਮਤਲਬ ਉਹ ਬਿਲੀਵ ਕਰਦਾ ਮੈਜੋਰਟੀ ਰੂਲ ਦੇ ਵਿੱਚ ਹੈ ਜੀ, ਉਹ ਜਿੱਤਿਆ ਵੀ, ਮੈਜੋਰਟੀ ਰੂਲ ਹੋਇਆ ਵੀ ਆ। ਦੂਜਾ
ਹਾਂ ਉਹ ਕਹਿ ਰਿਹਾ ਕਿ ਜਿਹੜਾ ਇਸ ਵਕਤ ਕਲਾਈਮੇਟ ਚੇਂਜ ਹੋ ਰਹੀ ਹੈ ਉਹਨੂੰ ਮੰਨਦਾ, ਸਾਇੰਸ ਨੂੰ ਹੀ ਮੰਨਦਾ। ਇਸ ਕਰਕੇ ਪਰਸਨਲੀ ਐਜ਼ ਅ ਸਾਇੰਟਿਸਟ ਆਈ ਰੀਅਲੀ ਰਿਸਪੈਕਟ ਹਿਮ ਕਿ ਆ ਜਿਹੜੀ ਹੁਣ ਕਰੋਨਾ ਵਾਇਰਸ ਲਿਕ ਹੋਣੀ ਆ ਨਾ, ਇਹ ਸਾਇੰਸ ਨੇ ਹੀ ਲਿਕ ਕਰਨੀ ਆ, ਇਹ ਹਟਾਉਣੀ ਆ। ਇਸੇ ਕਰਕੇ ਕਰੋਨਾ ਵਾਇਰਸ ਤੁਸੀਂ ਕਹਿ ਰਹੇ ਹੋ ਸਾਇੰਸ ਨੇ ਹੀ ਠੀਕ ਕਰਨੀ ਹੈ, ਇਹਦਾ ਮਤਲਬ ਮੋਮਬਤੀਆਂ ਜਗਾਉਣ, ਭਾਂਡੇ ਪਿੱਟਣ ਦੇ ਨਾਲ ਇਹਦਾ ਇਲਾਜ ਨਹੀਂ ਹੋਣਾ? ਨਾ ਜੀ, ਬਿਲਕੁਲ ਨਹੀਂ। ਉਹ ਤਾਂ ਲੋਕਾਂ ਨੂੰ ਭਰਮਾਂ 'ਚ ਪਾ ਰਹੇ ਨੇ ਅਤੇ ਉਹ ਤੋਂ ਸਗੋਂ ਤੇ ਸਾਨੂੰ ਸ਼ਰਮ ਵਾਲੀ ਗੱਲ ਆ ਐਕਚੁਅਲੀ ਕਿ ਇੱਕ ਸਿਵਲਾਈਜ਼ ਨੇਸ਼ਨ ਹੋਣ ਕਰਕੇ ਲੋਕਾਂ ਨੂੰ ਵਹਿਮਾਂ 'ਚ ਪਾ ਰਹੇ ਨੇ ਉਹ, ਅਤੇ ਜੋਤਸ਼ੀਆਂ ਦੇ ਬੜੇ ਅੱਗੇ ਪਿੱਛੇ ਫਿਰਦੇ ਆ। ਇੱਥੇ ਕੋਈ ਜਗ੍ਹਾ ਨਹੀਂ ਉਸ ਜਗ੍ਹਾ ਦੀ, ਇੱਥੇ ਸਾਇੰਸ ਦੇ ਮਗਰ ਉਹਦਾ ਕੋਈ ਥਾਂ ਨਹੀਂ ਹੈ। ਸੋ ਇਸ ਕਰਕੇ ਹੁਣ ਇਸ ਵਕਤ ਸਾਡੀ ਕਮਿਊਨਿਟੀ 'ਤੇ ਮੈਂ ਬੇਨਤੀ ਕਰਨ ਲੱਗਿਆ ਕਿ ਬੀ ਕਾਸ਼ੀਅਸ। ਸਾਨੂੰ ਦੇਖੋ ਸੀਕਰਟ ਬੈਲਟ ਸੀਗੀ, ਸਾਨੂੰ ਕੋਈ ਬਰੈਗ ਨਹੀਂ ਕਰਨਾ ਚਾਹੀਦਾ ਅਸੀਂ ਕਿਹਨੂੰ ਵੋਟ ਪਾਈ ਆ। ਇਹ ਸੀਕਰਟ, ਮੈਨੂੰ ਕੋਈ ਪੁੱਛੇ ਨਾ ਕਿਹਨੂੰ ਵੋਟ ਪਾਈ ਆ, ਮੈਂ ਕਿਹਾ ਵੀ ਇਟਸ ਸੀਕਰਟ, ਇਟਸ ਅ ਸੀਕਰਟ ਬੈਲਟ। ਸੋ ਆਪਦਾ ਕਿਸੇ ਨਾਲ ਬਹਿਸ ਕਰਨ ਦੀ ਲੋੜ ਨਹੀਂ। ਦੂਜਾ, ਆਪਦੀ ਸੇਫਟੀ ਦੀ ਬੜੀ ਜ਼ਰੂਰਤ ਹੈ। ਅਤੇ ਤੀਜਾ, ਆ ਜਿਹੜੀ ਵਾਇਰਸ ਚੱਲ ਰਹੀ ਆ ਇਹ ਤੁਸੀਂ ਆਪ ਹੀ ਆਪ ਕੰਟਰੋਲ ਕਰਨੀ ਆ, ਇਹ ਕਿਸੇ ਨੇ ਨਹੀਂ ਕਰਨੀ ਆ ਕੇ। ਜਿੰਨਾ ਤੁਸੀਂ ਵਾਇਰਸ ਤੋਂ ਦੂਰ ਰਹੋਗੇ ਉਨੇ ਤੰਦਰੁਸਤ ਰਹੋਗੇ। ਅਤੇ ਬਾਈਡਨ ਨੇ ਇਹ ਪ੍ਰੋਮਿਸ ਕੀਤਾ, ਕਮਲਾ ਹੈਰਿਸ ਨੇ ਵੀ ਕੀਤਾ ਕਿ ਅਸੀਂ ਸਾਡੀ ਟਾਪ ਪ੍ਰਾਇਰਟੀ ਇਹ ਹੋਏਗੀ ਕਿ ਇਸ ਵਾਇਰਸ ਨੂੰ ਅਸੀਂ ਕੰਟਰੋਲ ਕਰਨਾ ਅਤੇ ਲੋਕਾਂ ਨੂੰ ਤੰਦਰੁਸਤੀ ਵੱਲ ਲਿਆਉਣਾ। ਸੋ ਮੈਂ ਪਰਸਨਲੀ ਇਨਵੋਲਵ ਇਸ ਚੀਜ਼ ਦੇ ਵਿੱਚ, ਅਤੇ ਮੈਂ ਬੁੱਕ ਵੀ ਇਸੇ ਕਰਕੇ ਲਿਖੀ ਆ, ਇਹ ਦੁਨੀਆ ਭਰ ਚਲੇ ਗਈ ਆ। ਜੇ ਤੁਸੀਂ ਦੇਖਣਾ ਇਹਦੀ ਡਿਟੇਲ ਬਾਕੀ ਤੁਸੀਂ ਇੰਟਰਨੈਟ 'ਤੇ ਜਾ ਕੇ ਦੇਖ ਲਿਓ, www.preventionofcoronavirus.com। ਉਹ ਤੁਸੀਂ ਸਾਰੀ ਇਨਫੋਰਮੇਸ਼ਨ ਸਾਰੀ ਨਹੀਂ ਮਤਲਬ ਇੰਟਰੋਡਕਸ਼ਨ ਲੈ ਸਕਦੇ ਹੋ। ਇਹ ਕਿ ਇਸ ਵਕਤ ਇੰਡੀਆ 'ਚ ਤਾਂ ਅਵੇਲੇਬਲ ਹੈਗੀ ਆ, ਉੱਥੇ ਅਸੀਂ ਹਜ਼ਾਰਾਂ ਹੀ ਕਾਪੀਆਂ ਫ੍ਰੀ ਵੰਡਤੀਆਂ ਨੇ। ਅਤੇ ਇੱਥੇ ਵੀ ਕੋਸ਼ਿਸ਼ ਕਰ ਰਹੇ ਹਾਂ, ਜਦੋਂ ਸ਼ਿਪਮੈਂਟ ਆ ਗਈ ਇੱਥੇ ਵੀ ਦੇਵਾਂਗੇ। ਮੇਨ ਟਾਈਮ ਇੰਟਰਨੈਟ 'ਤੇ ਫ੍ਰੀ ਕਰ ਰਹੇ ਹਾਂ, ਹਜ਼ਾਰਾਂ ਹੀ ਲੋਕ ਟੈਪ ਕਰ ਰਹੇ। ਇਸ ਤੋਂ ਬਚੋ, ਇਹ ਮੇਰੀ ਬੇਨਤੀ ਆ। ਕਿਸੇ ਨੇ ਨਹੀਂ ਤੁਰਨਾ, ਇਹ ਵਾਇਰਸ ਤੁਹਾਡੇ ਕੋਲ ਚੱਲ ਕੇ ਨਹੀਂ ਆਉਂਦੀ, ਇਨਸਾਨ ਲੈ ਕੇ ਆਉਂਦੇ ਆ। ਜਿਹੜੇ ਵਿਕਟਮ ਹੁੰਦੇ ਆ ਉਹਨਾਂ 'ਚ ਕਈਆਂ ਸਿੰਪਟਮ ਨਹੀਂ ਹੁੰਦੇ, ਉਹ ਤੋਂ ਬਚੋ। ਅਤੇ ਮੈਨੂੰ ਪੂਰਾ ਯਕੀਨ ਆ ਕਿ ਬਾਈਡਨ ਦੀ ਇਹ ਟਾਪ ਪ੍ਰਾਇਰਟੀ ਆ, ਅਤੇ ਇਹ 'ਚ ਜੋ ਵੀ ਉਹ ਡਿਸੀਜ਼ਨ ਕਰਨਗੇ ਉਹ ਜਗਤ ਭਲਾਈ ਲਈ ਹੋਣਗੇ। ਤੁਹਾਡਾ ਬਹੁਤ ਧੰਨਵਾਦ ਜੀ। ਪੰਜਾਬੀ ਲੋਕ ਚੈਨਲ ਲਈ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਵੀ ਜ਼ਿਆਦਾ ਜਾਣਕਾਰੀ ਇਹਨਾਂ ਨੇ ਦਿੱਤੀ ਹੈ, ਸਾਨੂੰ ਕਾਫੀ ਸਾਡੇ ਦਰਸ਼ਕਾਂ ਤੱਕ ਪਹੁੰਚਾਈ ਹੈ ਕਿ ਅਮਰੀਕਾ ਦਾ ਸਿਸਟਮ ਕੀ ਹੈ, ਕਿਹਦੇ ਅਕੋਰਡਿੰਗ ਜਿਹੜਾ ਇੱਥੇ ਇਲੈਕਸ਼ਨ ਹੁੰਦੇ ਆ, ਕਿਸ ਤਰ੍ਹਾਂ ਵੋਟਾਂ ਪੈਂਦੀਆਂ ਨੇ। ਅਤੇ ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ।